ये दोस्त जिहड़े 15 करोड़ रुपये तो ज्यादा दे विच ठगे गए, ठगे ना जाते। दूसरी वड्डी अफसोस की गल लॉ एंड ऑर्डर की मैं गल कर रहा सी, लॉ मेनटेन करने वाली एजेंसी पंजाब पुलिस अज चुप ते खामोश। ये मौड़ बठिंडा तो वड्डी गिणती दे विच नौजवान, मेरा दफ्तर भरिया पिया, तुसीं उन्हां दी वाइट भी करिओ। ये पुलिस नूं दरखास्त SSP साहब नूं दरखास्त दे के आए, हजे तक अफसोस कि किसी भी तफ्तीशी अफसर ने इन्हां ठगे गए पीड़ितां दे विचों किसी दे बयान तक नहीं दर्ज कीते। पंजाब पुलिस जिहड़ी हमेशा चर्चावां दे विच रहिंदी आ, ओह पुलिस जिहड़ी एक रेहड़ी वाले दे केले चक के अपनी गड्डी 'च रख सकदी है, ओह पुलिस जिहदा म्यार मिट्टी दे विच बनाता खाकी दे लोकां ने। पंजाब 'ਚ ठग्गा ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਮਾਮਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਲਾਅ ਐਂਡ ਆਰਡਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਜੀ ਹਾਂ, ਬੈਂਸ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਉਹ ਨੌਜਵਾਨ ਜਿਨ੍ਹਾਂ ਨੂੰ ਫੌਜ ਵਿੱਚ ਨੌਕਰੀ ਦਾ ਝਾਂਸਾ ਦੇਣ ਅਤੇ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਨੂੰ ਲੈ ਕੇ पंजाब पुलिस ਨੂੰ ਅੜਿੱਕੇ ਲਿਆ ਤੇ ਬੈਂਸ ਨੇ ਕਿਹਾ ਕਿ ਇਹ ਨੌਜਵਾਨ ਜਿਨ੍ਹਾਂ ਦੀ ਸ਼ਿਕਾਇਤ ਤਾਂ ਇੱਕ ਪਾਸੇ ਇਹਨਾਂ ਦੇ ਬਿਆਨ ਤੱਕ ਪੁਲਿਸ ਵੱਲੋਂ ਦਰਜ ਨਹੀਂ ਕੀਤੇ ਗਏ, ਜਿਹਦੇ ਚੱਲਦੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੈਸੀ ਆ। ਪੰਜਾਬ ਦੇ ਅੰਦਰ ਅਮਨ ਕਾਨੂੰਨ ਬਹਾਲ ਕਰਨ ਵਾਲੀ ਏਜੰਸੀ ਮਤਲਬ ਕਿ ਪੰਜਾਬ ਪੁਲਿਸ ਕੀ ਕਰਦੀ ਆ। ਅੱਜ मैं ਪ੍ਰੈਸ ਕਾਨਫਰੰਸ ਜਰੀਏ ਉਹ ਦੋਸਤ ਨੌਜਵਾਨ ਸਾਥੀ ਖੜੇ ਆ ਜਿਹੜੇ ਨੌਕਰੀ ਦੇ ਨਾਮ ਤੇ ਫੌਜ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਨਾਮ ਦੇ ਉੱਤੇ ਠੱਗੇ ਗਏ ਤੇ ਠੱਗੀ ਵੀ ਕੋਈ ਹਜ਼ਾਰਾਂ ਦੇ ਵਿੱਚ ਨਹੀਂ, ਠੱਗੀ ਲੱਗੀ ਕਿਸੇ ਨੂੰ 3 ਲੱਖ, ਕਿਸੇ ਨੂੰ 3.5, ਕਿਸੇ ਨੂੰ 4 ਲੱਖ ਤੇ ਤਕਰੀਬਨ 300-350 ਦੇ ਕਰੀਬ ਪੂਰੇ ਪੰਜਾਬ ਦੇ ਵਿੱਚੋਂ ਇਹ ਨੌਜਵਾਨ ਹੈਗੇ ਜਿਨ੍ਹਾਂ ਨੇ ਫੌਜ 'ਚ ਭਰਤੀ ਹੋਣ ਦੇ ਝਾਂਸੇ ਦੇ ਵਿੱਚ ਆ ਕੇ ਬੇਰੁਜ਼ਗਾਰ ਹੈਗੇ ਆ। ਬੇਰੁਜ਼ਗਾਰ ਬੰਦਾ ਮਾਂ-ਬਾਪ ਸੋਚਦਾ ਵੀ ਚਲੋ ਕਿਤੇ ਨੌਜਵਾਨ ਪੁੱਤ ਨੌਕਰੀ ਤੇ ਲੱਗ ਜਾਊਗਾ, ਕੋਈ 4 ਛਿੱਲੜ ਘਰ ਦੀ ਹਾਲਤ ਚੰਗੀ ਹੋ ਜਾਊਗੀ। ਸੋ ਇਹ ਪੈਸੇ ਇਹਨਾਂ ਦੇ ਪੇਰੈਂਟਸ ਨੇ ਵਿਆਜ ਦੇ ਉੱਤੇ ਚੱਕ ਕੇ, ਕਿਸੇ ਦੀ ਮਾਂ ਨੇ ਗਹਿਣੇ ਵਿੱਚ, ਕਿਸੇ ਦੇ ਬਾਪੂ ਨੇ ਘਰ ਗਿਰਵੀ ਰੱਖ ਕੇ 4 ਲੱਖ 3.5 ਲੱਖ ਰੁਪਈਆ ਲੈ ਕੇ ਠੱਗ ਬੰਦਿਆਂ ਨੂੰ ਦੇ ਦਿੱਤਾ। ਐਂਡ 350-400 ਦੇ ਕਰੀਬ ਬੰਦਾ ਤੇ ਠੱਗੀ ਮਾਰਨ ਵਾਲਾ ਰਾਜਪਾਲ ਸਿੰਘ, ਵਰਿੰਦਰ, ਜਸਪਾਲ ਤੇ ਸੰਦੀਪ ਗਿੱਲ। ਮੇਰੇ ਕੋਲੇ ਫੋਟੋਗ੍ਰਾਫ ਦਿਖਾਏ ਨੌਜਵਾਨਾਂ ਜਿਨ੍ਹਾਂ ਦੇ ਵਿੱਚ ਕਰਨਲ ਆਪਣੇ ਆਪ ਨੂੰ ਵਰਦੀ ਪਾਈ ਹੋਈ ਹੈ, ਵਰਦੀ ਪਾ ਕੇ ਲੈਫਟੀਨੈਂਟ ਕਰਨਲ ਦੱਸਦੇ ਆ ਤੇ ਉਹ ਠੱਗੀ ਮਾਰ ਗਏ। ਇਹ ਨੌਜਵਾਨ ਜਿਹੜੇ ਬੇਰੁਜ਼ਗਾਰ ਆ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਹਰ ਘਰ ਦੇ ਵਿੱਚ ਇੱਕ ਪਰਿਵਾਰ ਦੇ ਅੰਦਰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੇ ਸੀ, ਜੇ ਕਿਤੇ ਉਹ ਵਾਅਦਾ ਪੂਰਾ ਕੀਤਾ ਹੁੰਦਾ ਤੇ ਮੇਰਾ ਖਿਆਲ ਇਹ ਦੋਸਤ ਜਿਹੜੇ 15 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿੱਚ ਠੱਗੇ ਗਏ, ਠੱਗੇ ਨਾ ਜਾਂਦੇ। ਦੂਸਰੀ ਵੱਡੀ ਅਫਸੋਸ ਦੀ ਗੱਲ ਲਾਅ ਐਂਡ ਆਰਡਰ ਦੀ ਮੈਂ ਗੱਲ ਕਰ ਰਿਹਾ ਸੀ, ਲਾਅ ਮੇਨਟੇਨ ਕਰਨ ਵਾਲੀ ਏਜੰਸੀ ਪੰਜਾਬ ਪੁਲਿਸ ਅੱਜ ਚੁੱਪ ਤੇ ਖਾਮੋਸ਼ ਹੈ। ਮੇਰਾ ਖਿਆਲ ਅੱਜ ਤੋਂ 10-12 ਦਿਨ ਪਹਿਲਾਂ ਇਹ ਮੌੜ ਬਠਿੰਡਾ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਮੇਰਾ ਦਫ਼ਤਰ ਭਰਿਆ ਪਿਆ, ਤੁਸੀਂ ਉਹਨਾਂ ਦੀ ਵਾਈਟ ਵੀ ਕਰਿਓ। ਇਹ ਪੁਲਿਸ ਨੂੰ ਦਰਖਾਸਤ SSP ਸਾਹਿਬ ਨੂੰ ਦਰਖਾਸਤ ਦੇ ਕੇ ਆਏ, ਹਜੇ ਤੱਕ ਅਫਸੋਸ ਕਿ ਕਿਸੇ ਵੀ ਤਫਤੀਸ਼ੀ ਅਫਸਰ ਨੇ ਇਹਨਾਂ ਠੱਗੇ ਗਏ ਪੀੜਤਾਂ ਦੇ ਵਿੱਚੋਂ ਕਿਸੇ ਦੇ ਬਿਆਨ ਤੱਕ ਨਹੀਂ ਦਰਜ ਕੀਤੇ। FIR ਤਾਂ ਬੜੀ ਦੂਰ ਦੀ ਗੱਲ ਆ। SSP ਸਾਹਿਬ ਨੇ ਉਹ ਦਰਖਾਸਤ ਕਿਹੜੇ ਅਫਸਰ ਨੂੰ ਮਾਰਕ ਕੀਤੀ, ਉਸ ਅਫਸਰ ਨੇ ਅੱਗੇ ਇਹਨਾਂ ਪੀੜਤਾਂ ਦੇ ਬਿਆਨ FIR ਬੜਾ ਦੂਰ ਦਾ ਕੰਮ ਹੈ, ਬਿਆਨ ਤੱਕ ਨਹੀਂ ਦਰਜ ਕੀਤੇ। ਸਮਝ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਆ, ਉਹ ਪੁਲਿਸ ਜਿਹੜੀ ਇੱਕ ਰੇਹੜੀ ਵਾਲੇ ਦੇ ਕੇਲੇ ਚੱਕ ਕੇ ਆਪਣੀ ਗੱਡੀ 'ਚ ਰੱਖ ਸਕਦੀ ਹੈ, ਉਹ ਪੁਲਿਸ ਜਿਹਦਾ ਮਿਆਰ ਮਿੱਟੀ ਦੇ ਵਿੱਚ ਬਣਾਤਾ ਖਾਕੀ ਦੇ ਲੋਕਾਂ ਨੇ। ਅਸਲ ਦੋਸ਼ੀ ਦੇ ਗਲਾਵੇਂ ਨੂੰ ਹੱਥ ਪਾਉਣ ਤੋਂ ਕਿਉਂ ਡਰਦੇ ਆ? ਕਿਉਂਕਿ ਉਹ ਬੰਦੇ ਨੇ ਕੋਈ 25-30 ਕਰੋੜ ਰੁਪਏ ਦੀ ਠੱਗੀ ਮਾਰ ਲਈ। ਉਸ 25-30 ਕਰੋੜ ਰੁਪਏ ਦੇ ਵਿੱਚੋਂ ਵੱਖ-ਵੱਖ ਅਫਸਰਾਂ ਨੂੰ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ, ਗੋਸਲੋ ਕਰਨ ਵਾਸਤੇ ਇਹ ਸਾਰਾ ਦਾਰੋਮਦਾਰ ਬੰਦੋਬਸਤ ਕਰਦੇ ਆ। ਸੋ ਅੱਜ ਇਹ ਦੋਸਤ ਇਕੱਠੇ ਹੋਏ ਆ, ਤੁਸੀਂ ਹੈਰਾਨ ਰਹਿ ਜਾਓਗੇ
ठगी इस कदर ठग का हौसला कि इन्हों पहला तो जो इन्होंने टैसट वाला जाली सरकारी मोहर लगिया हुई ने जाली ये रोल नंबर कह दूंगा कि तुसी टैसट के जा सकते हो, एंट्री पास है। फिर उस बाद ठगी का चरम देखो, इंडियन आर्मी रिक्रूटमेंट, इंडियन आर्मी रिक्रूटमेंट सर्टिफिकेट जारी करता है। भारतीय फौज दे विच भर्ती होने का जाली सर्टिफिकेट मोहर लगी है, साइन होए हुए आ, नंबर पिया होया, ते पंजाब पुलिस चुप ते खामोश हैगी है। वो पंजाब पुलिस कोले तां जदों ये नौजवान गए उन्होंने तो तुरंत चाहिए सी इन एक्शन, वो तुरंत हरकत विच आउंदे ते तुरंत दोषी दे गलामे तक पहुंच जाते। पर अफसोस है कि पंजाब पुलिस चुप ते खामोश, क्योंकि पंजाब पुलिस का सत्कारयोग मुख्यमंत्री जिन्हां दे कोले गृह वजारत भी है कैप्टन अमरिंदर सिंह साहब, वो गुफावासी हुए हुए हैं, वो सेल्फ क्वारंटाइन हुए हुए हैं। शासन इनएक्शन होएगा तो प्रशासन काम करेगा, एडमिनिस्ट्रेशन उदों काम करेगा जो रूलिंग वाले लोग जिहड़े सत्ता दे विच आ, जो वो लोग इनएक्शन होंगे। हुण कैप्टन अमरिंदर सिंह का इनएक्शन की जगह वो तो गुफावासी हुए हैं, सेल्फ क्वारंटाइन हुए हुए हैं, ते थल्ले जिहड़ा एडमिनिस्ट्रेशन है तो एडमिनिस्ट्रेशन लोगों के नाल की करदा है, ये जिउंदी जागदी मिसाल हैगी है। कोरोना के नाम के उत्ते अज लोगों को तुसीं डराओ, मैं समझदा कि महामारी है, पर अज कोरोना के नाल कोरोना राजनीतिक भूत बन गया। ये जिहड़ा कोरोना राजनीतिक भूत बनया ये अत्यंत माड़ा। ये गल्लां मेरियां अज हो सकदा बहुत सारे वर्ग नूं, बहुत सारे लोगों नूं अटपटियां लगण भी कोरोना के बरखिलाफ, पर कोरोना के उत्ते जिहड़ा राजनीतिक भूत चिमिड़िया होया ना, ये वड्डी पद्धर ते नुकसान कर रहा। कले साडे सूबे का नहीं, देश का नुकसान। मूँह ते चेपी ला लो, कोई नहीं बोल सकता। बादलों दी बसां दे विच 52 बंदे बैठ सकते आ, ब्याह दे विच 30 बंदियां तो वध 15 कुड़ी वाले ते 15 मुंडे वाले, इदू वध नहीं। ये लॉ एंड आर्डर मेनटेन करने वाले पुलिसिए ब्याहां दे विच जाके डांग खड़काउंदे आ, ये लोकां दे चलान कट्टण वेले डांग खड़काउंदे आ भी तेरे मास्क नहीं पाया रख 500 रुपया। ये रेफरेंडम 2020 के उत्ते बेकसूरे नौजवानों नूं थाणियां 'च बिठा के दलील करके उन्हां दी जेब कट्टण दे विच मुहारत रखते हैं। पर जो कोई ठगी लगी हो वड्डी कि उस ठग नूं फड़न वास्ते इन्हां दे कोले समा नहीं हैगा। समा इस करके नहीं गा क्योंकि इन्हां दी पुछ पड़ताल करने वाला सत्कारयोग गृह मंत्री जिहड़े सत्कारयोग साडे सूबे दे मुख्यमंत्री साहब आ, वो अज गुफावासी होए हो, किसी नूं नहीं पुछते, किसी नूं नहीं सुनते, किसी नूं नहीं गिणदे कि कौन की कर रहा, मेरे राज की जनता नूं की तंगियां की परेशानियां। तो मैं इन्हां दोस्तां नूं लोक इंसाफ पार्टी वालों मेरे को आया, मैं यकीन दवाना इस ठग ने जिहदा नाम हैगा राजपाल, संदीप, जसपाल ते बरिंदर, ये भी पता लग्या भी इन्हां दे नाल जिहड़ी 15-20 करोड़ रुपए की ठगी मारी है, उन्हें खरीदी है जायदाद, जमीन खरीदी है उन्हें। मैं इन्हां दोस्तां की ड्यूटी लाई है भी तुसीं ओहदी जमीन कित्थे हैगी है ये पता करो, ताकि तुसीं 250 तुसीं 300 वो 300 उस जमीन के उत्ते काबले बिल्ले नूं सेक लगदा ते बलूंगड़े पैरां थल्ले आउंदे आ। कल्ला पुलिस कार्रवाई नहीं, असीं इन्हां बेरोजगार नौजवानों वास्ते जिन्हां दे माँ बाप ने गहना गट्टा बेच के अपने घर गिरवी रख के इस ठग का मूंह भरता भी किते साडे मुंडे सरकारी नौकरी कर लैणगे, ते इन्हां दी मदद करने की जिम्मेवारी है। मैं FIR दर्ज कराउण वास्ते सत्कारयोग SSP, सत्कारयोग पुलिस अधिकारियों भी तुहाडे जरिए बेनती करदा, परसनली टैलीफोन भी करूंगा भी तुरंत FIR दर्ज कर दिओ। कल्ले कल्ले वालों ये नहीं भी 250 जां 100 वालों 50 वालों इकट्ठी देती, एक कल्ले कल्ले वालों FIR दर्ज होएगी। ते जिहड़े इस ठग ने पंजाब के अंदर इन्हां दे नाल ठगी मारन तो जिहड़ा करोड़ां रुपया इन्हां ने बनाया, वो करोड़ां रुपये नाल जिहड़े खत्ते खेत जां प्लाट खरीदे वो इन्हां नौजवानों दे तां जो इन्हां दे होए नुकसान की भरपाई हो सके। पर सर सरकार ते जिहड़े आला प्रशासन हैगा लगातार इन्हां ठग्गां तो बचण की अपील भी करता रहता, जागरूक भी करता, पर फिर भी अजिहे ठग जिहड़े शातिर हैगे ने लोकां नूं अपनी ठगी का शिकार बनाते हैं। किस तरीके की उन्हां दे उत्ते ਤੁਹਾਡਾ ਗੱਲ बिल्कुल वाजिब है, सरकार जागृत करती है। एक नौजवान जिहड़ा बेरोजगार है, जिहड़ा किसी ने ग्रेजुएट की, कोई पोस्ट ग्रेजुएट, कोई डिप्लोमा होल्डर है, वो पहला तो माँ बाप ने बड़े औखे होके आर्थिक माड़े हालातों के विच औखे होके इन्हां दी पढ़ाई लिखाई कराई,
ਫਿਰ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਆ ਵੀ ਵਾਅਦਾ ਕੀਤਾ ਸੀ ਵੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਮਿਲੂਗੀ, ਉਹ ਮਿਲੀ ਨਹੀਂ। ਫਿਰ ਮਾਂ-ਬਾਪ ਦੀ ਮਜਬੂਰੀ ਬਣ ਜਾਂਦੀ ਆ। ਮਾਂ-ਬਾਪ ਸੋਚਦੇ ਆ ਵੀ ਚਲੋ ਜਿੱਥੇ ओखली में सिर दिया तो मुसलों का क्या डर, भी जिथे पहला 2 वजिया ते 2 होर बच जाणगे। पढ़ाई वेले पैसे बड़ी आर्थिक माड़ी हालत दे विचों बच्चे पढ़ा ले, पैसे पूसे फड़ दड़ के माँ-बाप की सोच हुंदी है भी किते काश साडा बच्चा सरकारी नौकरी दे उत्ते एडजस्ट हो जावे। जे हुण इन्हां ने ਉਹ ਬੰਦੇ ਦੀਆਂ ਗੱਲਾਂ ਜਿਹੜਾ ਆਪਣੇ ਆਪ ਨੂੰ ਲੈਫਟੀਨੈਂਟ ਕਰਨਲ ਦੱਸਦਾ, ਜੇ ਇਹ ਲੋਕ ਠੱਗੇ ਗਏ, ਵੇਅਰ ਇਜ਼ ਲਾਅ ਐਂਡ ਆਰਡਰ? ਕਿੱਥੇ ਹੈਗਾ ਅਮਨ ਤੇ ਕਾਨੂੰਨ? ਕਿੱਥੇ ਹੈਗਾ ਅਮਨ ਤੇ ਕਾਨੂੰਨ ਬਹਾਲ ਕਰਨ ਵਾਲੀ ਪੁਲਿਸ ਏਜੰਸੀ? ਮੈਂ ਪੁਲਿਸ ਏਜੰਸੀ ਦੀ ਗੱਲ ਕਰਕੇ ਹਟਿਆ ਵੀ ਪੁਲਿਸ ਏਜੰਸੀ ਸਿਰਫ ਤੇ ਸਿਰਫ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀ ਜੇਬ ਕੱਟਣ ਦਾ ਕੀ ਹੈ? ਜੇ ਠੱਗ ਕਰੋੜਾਂ ਰੁਪਇਆ ਠੱਗ ਕੇ ਲੈਫਟੀਨੈਂਟ ਕਰਨਲ ਦੀ ਵਰਦੀ ਪਾ ਕੇ ਇੰਡੀਅਨ ਆਰਮੀ ਰਿਕਰੂਟਮੈਂਟ ਸਰਟੀਫਿਕੇਟ ਤਿਆਰ ਕਰ ਸਕਦਾ, ਇਦੋਂ ਵੱਡਾ ਕੋਈ ਹੋਰ ਠੱਗਾ ਹੋ ਸਕਦਾ? ਤੇ ਪੰਜਾਬ ਪੁਲਿਸ ਚੁੱਪ ਤੇ ਖਾਮੋਸ਼ ਬੈਠੀ ਹੈ। ਰੀਜ਼ਨ ਕਿਉਂਕਿ ਪੰਜਾਬ ਪੁਲਿਸ ਆਪ ਇਸ ਕਰਤੂਤ ਇਹੋ ਜਿਹੇ ਕੰਮਾਂ ਦੇ ਵਿੱਚ ਸਾਰਾ ਦਿਨ ਪੁਲਿਸੀਏ ਖੁਦ ਸ਼ਮੂਲੀਅਤ ਰੱਖਦੇ ਆ। ਇਸੇ ਦੇ ਨਾਲ ਹੀ ਬੈਂਸ ਨੇ ਠੱਗਾ ਤੇ ਕਾਰਵਾਈ ਕਰਨ ਨੂੰ ਲੈ ਕੇ ਕੀ ਕੁਝ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਸੀਂ FIR ਦਰਜ ਕਰਾਵਾਂਗੇ, ਚਾਹੇ ਸਾਨੂੰ ਕਿਸੇ ਅਫਸਰ ਦੇ ਦਫ਼ਤਰ ਬਾਹਰ ਜਾ ਕੇ ਬੈਠਣਾ ਪਵੇ, ਚਾਹੇ SSP ਹੋਵੇ, ਚਾਹੇ ਕੋਈ ਹੋਰ ਪੁਲਿਸ ਅਧਿਕਾਰੀ ਹੋਵੇ। ਪਹਿਲਾਂ ਤਾਂ ਇੰਡੀਵਿਜੂਅਲ ਕੱਲੇ ਵੱਲੋਂ ਕੀਤੇ ਦੋਸ਼ ਦੀ FIR ਦਰਜ ਹੋਏਗੀ। ਫਿਰ ਜਿਹੜੀ ਇਸ ਠੱਗੀ ਦੀ ਰਕਮ ਦੇ ਵਿੱਚੋਂ ਜ਼ਮੀਨ ਜਾਇਦਾਦ ਕੋਈ ਪਲਾਟ ਖਰੀਦੇ ਆ, ਉਹਨਾਂ ਪਲਾਟਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਦੋਸਤਾਂ ਨੂੰ ਉਹਨਾਂ ਪਲਾਟਾਂ ਦੇ ਉੱਤੇ ਕਾਬਜ਼ ਕਰਾਉਣ ਵਾਸਤੇ ਅਸਲ ਇਹਨਾਂ ਦੇ ਪੈਸੇ ਦੇ ਨਾਲ ਉਹ ਜ਼ਮੀਨ ਜਾਇਦਾਦ ਖਰੀਦੀ ਹੈ। ਸੋ ਅਸੀਂ ਇਹਨਾਂ ਦੀ ਹਰ ਹੀਲੇ ਮਦਦ ਕਰਾਂਗੇ। ਪੰਜਾਬ ਵਿੱਚ ਸਰ ਬਹੁਤ ਸਾਰੇ ਐਸੀ ਆਫਿਸ ਖੋਲੇ ਹੋਏ ਆ, ਸੰਸਥਾਵਾਂ ਖੋਲੀਆਂ ਨੌਕਰੀ ਦੇਣ ਦੇ ਲਈ, ਅਨਰਜਿਸਟਰਡ ਨੇ। ਸਰਕਾਰ ਉਹਨਾਂ ਦੀ ਕੀ ਕਾਰਵਾਈ ਕਰੇ, ਕਿੱਦਾਂ ਤੁਹਾਨੂੰ ਲੱਗਦਾ? ਅੱਗੇ ਤਾਂ ਹੁੰਦਾ ਸੀ ਵੀ ਕੋਈ ਕਹਾਵਤ ਆਪਾਂ ਪਾਉਂਦੇ ਹੁੰਦੇ ਸੀ ਵੀ ਇੱਟ ਪੱਟਿਆਂ ਨਿਕਲਦੇ ਆ। ਹੁਣ ਇੱਟਾਂ ਦੇ ਉੱਤੇ ਜਿਹੜੇ ਬੈਠੇ ਆ, ਚਾਹੇ ਉਹ ਵਿਦੇਸ਼ ਭੇਜਣ ਵਾਲੇ ਏਜੰਟ ਹੋਣ, ਚਾਹੇ ਉਹ ਨੌਕਰੀਆਂ ਦੇ ਨਾਮ ਦੇ ਉੱਤੇ ਠੱਗੀ ਲਾਉਣ ਵਾਲੇ ਏਜੰਸੀਆਂ ਦੇ ਮਾਲਕ ਹੋਣ, ਵੱਡੇ ਇਸ਼ਤਿਹਾਰ ਦਿੰਦੇ ਅਖਬਾਰਾਂ ਦੇ ਵਿੱਚ ਅੱਧੇ ਪੇਜ ਦੇ। ਸੌਰੀ ਟੂ ਸੇ, ਅਖਬਾਰ ਜਿਹੜੀ ਚੰਗੀ ਨਾਮੀ ਹੋਵੇ ਉਹਦੇ ਵਿੱਚ ਅੱਧੇ ਪੇਜ ਦਾ, ਫੁੱਲ ਪੇਜ ਦਾ, ਫਰੰਟ ਪੇਜ ਦਾ ਇਸ਼ਤਿਹਾਰ ਆ ਜਾਵੇ, ਸੁਭਾਵਿਕ ਆ ਕਿ ਆਮ ਲੋਕ ਜਿਹੜੇ ਆ ਉਹ ਉਸ ਪਾਸੇ ਨੂੰ ਆਕਰਸ਼ਿਤ ਹੋ ਜਾਂਦੇ ਆ। ਸਰਕਾਰ ਕੀ ਕਾਰਵਾਈ ਕਰਦੀ ਹੈ? ਜਿਹੜੇ ਫੱਟਾ ਲਾਈ ਬੈਠੇ ਆ ਨੌਕਰੀਆਂ ਦੇਣ ਦਾ, ਜਿਹੜੇ ਬਾਹਰ ਭੇਜਣ ਦਾ ਫੱਟਾ ਲਾਈ ਬੈਠੇ ਆ। ਅਫਸੋਸ ਆ ਕਿ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਜਿਹੜਾ ਸਾਡਾ ਤੰਤਰ ਆ, ਉਹ ਤੰਤਰ ਇਹਨਾਂ ਦੇ ਨਾਲ ਰਲਿਆ ਹੈ। ਡਿਸਟ੍ਰਿਕਟ ਲੈਵਲ ਦੇ ਉੱਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚਲਾਉਣ ਵਾਲਾ ਤੰਤਰ ਇਹਨਾਂ ਲੋਕਾਂ ਦੇ ਨਾਲ ਹੈਂਡ ਗਲਵਸ ਆ। ਸੋ ਇਸ ਕਰਕੇ ਸਰਕਾਰ ਸਿਰਫ ਰੌਲਾ ਪਾਉਂਦੀ ਹੈ, ਪਰ ਜ਼ਮੀਨੀ ਹਕੀਕਤ ਦੇ ਉੱਤੇ ਇਹ ਲੁੱਟ ਦੀਆਂ ਹੱਟੀਆਂ ਬੰਦ ਕਰਾਉਣ ਵਾਸਤੇ ਕੰਮ ਕੋਈ ਨਹੀਂ। ਇਸੇ ਦੇ ਨਾਲ ਹੀ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਅਤੇ ਗਿਆਨੀ ਹਰਪ੍ਰੀਤ ਸਿੰਘ ਵਿੱਚ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ ਵੀ ਬੈਂਸ ਨੇ ਟਿੱਕਾ ਟਿੱਪਣੀ ਕੀਤੀ ਹੈ। ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਸਾਹਿਬ ਲੁਧਿਆਣਾ ਤੋਂ ਸਰਦਾਰ ਰਵਨੀਤ ਸਿੰਘ ਬਿੱਟੂ, ਉਹ ਕਦੇ ਕਿਸੇ ਗਾਉਣ ਵਾਲੇ ਦੀ ਗੱਲ ਕਰਦੇ ਆ, ਕਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਉਹਨਾਂ ਨੂੰ ਆਪਣਾ ਪਾਰਲੀਮਾਨੀ ਹਲਕਾ ਯਾਦ ਨਹੀਂ ਆਉਂਦਾ। ਪਾਰਲੀਮਾਨੀ ਹਲਕੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੁਧਿਆਣਾ ਨਾਲ ਸੰਬੰਧਿਤ ਲੋਕ ਅਰਬ ਕੰਟਰੀਆਂ ਦੇ ਵਿੱਚ ਫਸੇ ਹੋਏ ਆ ਲਾਕਡਾਊਨ ਕਾਰਨ। ਉਹਨਾਂ ਨੇ ਕਦੇ ਵਿਦੇਸ਼ ਮੰਤਰਾਲੇ ਦੇ ਨਾਲ ਕੋਈ ਟੇਕ ਅਪ ਕੀਤਾ ਹੋਵੇ ਮੈਂ ਨਹੀਂ ਅੱਜ ਤੱਕ ਸੁਣਿਆ ਵੀ ਬਿੱਟੂ ਜੀ ਕਿਸੇ ਨੂੰ ਫਸੇ ਹੋਏ ਨੂੰ ਵਿਦੇਸ਼ ਚੋਂ ਕਢਾ ਕੇ ਲਾਏ। ਜਿਹੜਾ ਪ੍ਰਵਿਊ ਹੈਗਾ ਮੈਂਬਰ ਆਫ ਪਾਰਲੀਮੈਂਟ ਦਾ, MLA ਦਾ ਪ੍ਰਵਿਊ ਨਹੀਂ ਗਾ, ਉਹ ਪ੍ਰਵਿਊ ਸਾਡੇ ਪਾਰਲੀਮੈਂਟ ਸਹਿਬਾਨਾਂ ਦਾ ਐਂਡ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਅਲਝ ਕੇ ਜਾਂ ਗਾਉਣ ਵਾਲਿਆਂ ਦੀਆਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਕੋਈ ਪੋਸਟਾਂ ਪਾ ਕੇ ਲੋਕਾਂ ਦਾ ਧਿਆਨ ਡਾਇਵਰਟ ਕਰਨਾ, ਅਸਲ ਪਾਸੇ ਆ ਜਾਣ। ਜਿਹੜੇ ਕੰਮ ਲਈ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ, ਉਹ ਆਪਣੀ ਡਿਊਟੀ ਸੰਭਾਲ ਲੈਣ। ਇਹ ਔਰਲੀਆਂ ਪਰਲੀਆਂ ਗੱਲਾਂ ਕਰਕੇ ਟਾਈਮ ਵੇਸਟ ਨਾ ਕਰ। ਖੈਰ ਤੁਹਾਨੂੰ ਦੱਸ ਦੇਈਏ ਕਿ ਬੈਂਸ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨੌਜਵਾਨਾਂ ਨੂੰ ਉਹ ਇਨਸਾਫ ਦਿਵਾਉਣ ਲਈ ਸਭ ਤੋਂ ਪਹਿਲਾਂ FIR ਦਰਜ ਕਰਵਾਉਣਗੇ। ਜੇਕਰ FIR ਦਰਜ ਨਹੀਂ ਹੋਈ ਤਾਂ ਉਹਨਾਂ ਵੱਲੋਂ ਅਫਸਰ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਤੇ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਚੈਨਲ ਪੰਜਾਬ।